एक ओंकार सतनाम करता पुरख निर्भव निर्वैर अकाल मूरत अजूनी सैभंग गुर प्रसाद जप आदि सच जुगाद सच है भी सच नानक होसी भी सच। बलिहारी गुर अपने देवहारी सदवार जिन मानस ते देवते किए करत ना लागी वार। जे सौ चंदा उगवै सूरज चढ़ै हजार एते चालण हुंदियां गुर बिन घोर अंधार। सो कहो टल गुर सेवियै अहनिस सहज सुभाए दर्शन परसै गुरु कै जन्म मरण दुख जाए। वाहिगुरु जी वैसाख तीरन क्यों वाडिया जिन्ना प्रेम बिशो हर साजन पुरख विसार कै लगी माया तो पुत्र कलत्र न संग धना हर अवनासी ओहो पलच पलच सगली मुई झूठै तंदै मोह। इकस हर के नाम बिन अग्गै लइयै खोहे दयो विसार विगुचना प्रभु बिन अवर ना कोई। प्रीतम चरणी जो लगे तिनकी निर्मल सोए नानक के प्रभु बेनती प्रभु मिलहो प्राप्त होए। वैसाख सुहावा ता लगे जा संत भेटै हर सोए। वैसाख सुहावा ता लगे जा संत भेटै हर सोए। वाहिगुरु जी का खालसा वाहिगुरु जी की फतेह। परम सत्कारयोग
ਗੁਰੂ ਕੀ ਸਾਜੀ ਨਵਾਜੀ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡ ਭਾਗੇ ਹੋ ਜੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਹਜ਼ੂਰੀ ਵਿੱਚ ਸੱਜ ਕੇ ਅੱਜ ਸੰਗਰਾਂਦ ਵਿਸਾਖ ਦੀ ਸੰਗਰਾਂਦ ਦੇ ਦਿਹਾੜੇ ਤੇ ਔਰ ਖਾਲਸਾ ਸਾਜਨਾ ਦਿਵਸ ਇਸ ਪਵਿੱਤਰ ਦਿਹਾੜੇ ਤੇ ਆਪ ਜੀ ਸਾਰੇ ਪਿਆਰ ਸਹਿਤ ਜੁੜ ਮਿਲ ਬੈਠੇ ਹੋ। ਅੰਮ੍ਰਿਤਮਈ ਬਾਣੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਹੁਣੇ ਸ਼ਰਵਨ ਕੀਤਾ ਹੈ। ਉਪਰੰਤ 12 ਮਾਹ ਜੀ ਦੀ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸ਼ਰਵਨ ਕੀਤਾ ਹੈ। ਸਾਧ ਸੰਗਤ, ਅੱਜ ਦੇ ਇਸ ਪਵਿੱਤਰ ਮਹੀਨੇ ਵਿੱਚ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਕੀ ਉਪਦੇਸ਼ ਕੀਤਾ ਹੈ, ਕੀ ਕਿਰਪਾ ਕੀਤੀ ਹੈ। ਖਾਲਸਾ ਸਾਜਿਆ ਆ ਖਾਲਸਾ ਸਾਜ ਕੇ ਇੱਕ ਬਹੁਤ ਵੱਡਾ ਪਰਉਪਕਾਰ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ। ਪਾਤਸ਼ਾਹ ਜੀ ਦੇ ਉਹਨਾਂ ਪਰਉਪਕਾਰਾਂ ਨੂੰ ਵੀ ਅੱਜ ਯਾਦ ਕਰਨਾ ਹੈ। ਜਿਹੜਾ ਖਾਲਸਾ ਸਾਜਿਆ ਉਸ ਖਾਲਸੇ ਨੇ ਕਿਹੜੇ ਕਿਹੜੇ ਕਾਰਜ ਕੀਤੇ ਨੇ ਔਰ ਕਰ ਰਿਹਾ ਹੈ, ਉਹਨਾਂ ਤੋਂ ਵੀ ਅੱਜ ਦਾ ਦਿਹਾੜਾ ਜਾਣੂ ਹੋਣ ਦੀ ਪ੍ਰੇਰਨਾ ਰੱਖਦਾ ਹੈ, ਪ੍ਰੇਰਨਾ ਕਰਦਾ ਹੈ। ਤੋ ਆਓ ਗੁਰੂ ਸਾਹਿਬ ਕਿਰਪਾ ਕਰਨ, ਸਾਰੇ ਪਿਆਰ ਸਹਿਤ ਜੁੜੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਕੇ ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਮਿਹਰਾਮਤ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਸਾਰੇ ਬੋਲੋ ਭਾਈ। ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸੇ ਮੈਂ ਹਉ ਕਰੂੰ ਨਿਵਾਸ। ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸੇ ਮੈਂ ਹਉ ਕਰੂੰ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸੇ ਮੈਂ ਹਉ ਕਰੂੰ ਨਿਵਾਸ। ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸੇ ਮੈਂ ਹਉ ਕਰੂੰ ਨਿਵਾਸ। ਸਾਧ ਸੰਗਤ ਜੀਓ, ਅੱਜ ਦੇ ਦਿਨ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਦੀ ਸਾਜਨਾ ਕੀਤੀ। ਧਿਆਨ ਨਾਲ ਆਪ ਜੀ ਨੇ ਸ਼ਰਵਨ ਕਰਨਾ। ਅਸੀਂ ਵੀ ਬਹਿ ਜਾਓ ਵਿੱਚ, ਤੁਰੋ ਫਿਰੋ। ਗਰੀਬ ਨਵਾਜ ਪਾਤਸ਼ਾਹ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ।
ਵੈਸਾਖੀ ਦਾ ਦਿਨ ਸਾਡੇ ਵਾਸਤੇ ਬਹੁਤ ਵੱਡਾ ਇਤਿਹਾਸਕ ਦਿਨ ਹੈ। ਇਤਿਹਾਸ ਵਿੱਚ ਜਦੋਂ ਝਾਤ ਮਾਰਦੇ ਆ, ਇਸ ਵਿਸਾਖੀ ਵਾਲਾ ਦਿਨ ਸੀ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦੇ ਮਾਲਕ, ਜਗਤ ਦਾ ਭਲਾ ਕਰਨ ਵਾਸਤੇ, ਗੁਰਮਤਿ ਪ੍ਰਚਾਰ ਵਾਸਤੇ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੋਂ ਚਲੇ ਸੀ। ਉਹ ਵਿਸਾਖੀ ਦਾ ਦਿਨ ਸੀ ਜਿਸ ਦਿਨ ਬੌਲੀ ਸਾਹਿਬ ਦਾ ਕੜ ਟੁੱਟਿਆ ਸੀ। ਔਰ ਇਹ ਵੀ ਵਿਸਾਖੀ ਦਾ ਦਿਨ ਹੈ ਜਿਸ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਔਰ ਉਹਨਾਂ ਨੇ ਕਿਰਪਾ ਕਰਕੇ ਖਾਲਸਾ ਦੀ ਸਾਜਨਾ ਦਾ ਕਰਨ ਦਾ ਦਿਨ ਵੀ ਇਹ ਵਿਸਾਖੀ ਵਾਲਾ ਦਿਨ ਹੀ ਚੁਣਿਆ। ਬੇਨਤੀ ਕਰਾਂ ਗੁਰੂ ਕੇ ਸਵਾਰ, ਦੋ ਸ਼ਬਦ ਅਸੀਂ ਆਪਣੇ ਇਤਿਹਾਸ ਵਿੱਚੋਂ ਪੜ੍ਹੇ। ਇੱਕ ਸ਼ਬਦ ਪੜਿਆ ਨਿਰਮਲ ਪੰਥ, ਤੇ ਦੂਸਰਾ ਅਸੀਂ ਪੜ੍ਹਦੇ ਹਾਂ ਖਾਲਸਾ ਪੰਥ। ਨਿਰਮਲ ਪੰਥ ਸ਼ਬਦ ਅਸੀਂ ਉਸ ਵੇਲੇ ਪੜ੍ਹਦੇ ਹਾਂ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਮਤਿ ਫਲਸਫੇ ਦੇ ਪ੍ਰਚਾਰ ਦੀ ਗੱਲ ਆਰੰਭ ਕੀਤੀ ਤੇ ਪਾਤਸ਼ਾਹ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਬਈ ਗੁਰੂ ਨਾਨਕ ਬਾਬਾ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ। ਇਹ ਸ਼ਬਦ ਤਾਂ ਅਸੀਂ ਉਸ ਵੇਲੇ ਪੜ੍ਹਦੇ ਹਾਂ। ਤੇ ਖਾਲਸਾ ਸ਼ਬਦ ਗੁਰੂ ਕੇ ਸਵਾਰੋ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਸਾਜਿਆ, ਪੰਜਾਂ ਪਿਆਰਿਆਂ ਦੇ ਸ਼ੀਸ ਲੈ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਆਪ ਅੰਮ੍ਰਿਤ ਦੀ ਦਾਤ ਲਈ, ਆਖਿਆ ਇਹ ਮੇਰਾ ਖਾਲਸਾ ਹੈ, ਇਸ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਹੁਣ ਅਸੀਂ ਯਾਦ ਕਰਦੇ। ਇੱਕ ਬੇਨਤੀ ਕਰਾਂ, ਦੋਵਾਂ ਦਾ ਸ਼ਬਦਾਂ ਦਾ ਹੀ ਕੇਵਲ ਫਰਕ ਹੈ। ਨਿਰਮਲ ਦੇ ਜਦੋਂ ਅਸੀਂ ਅੱਖਰੀ ਅਰਥ ਪੜ੍ਹਦੇ ਹਾਂ ਤੇ ਉਹਦੇ ਅਰਥ ਇਹੀ ਬਣਦੇ ਨੇ, ਮੈਲ ਤੋਂ ਰਹਿਤ। ਨਿਰਮਲ, ਮਲ ਕਹਿੰਦੇ ਨੇ ਮੈਲ, ਨਿਰ ਨਹੀਂ, ਜਿਸ ਵਿੱਚ ਮੈਲ ਨਹੀਂ ਹੈ, ਜਿਹਦੇ ਵਿੱਚ ਖੋਟ ਨਹੀਂ ਹੈ, ਜਿਹਦੇ ਵਿੱਚ ਬੇਈਮਾਨੀ ਨਹੀਂ ਹੈ, ਜਿਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਬਿਲਕੁਲ 12 ਬੰਨੀ ਸ਼ੁੱਧ, ਉਸ ਨੂੰ ਕਿਹਾ ਜਾਂਦਾ ਹੈ ਨਿਰਮਲ। ਔਰ ਖਾਲਸਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤੇ ਖਾਲਸੇ ਦੇ ਅਰਥ, ਸ਼ਬਦੀ ਅਰਥ ਤਾਂ ਇਹੀ ਬਣਦੇ ਨੇ। ਖਾਲਸਾ, ਖਾਲਸ ਮਤਲਬ ਸ਼ੁੱਧ, ਸ਼ੁੱਧ ਮਤਲਬ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਕਿਸੇ ਪ੍ਰਕਾਰ ਦੀ ਇਹਦੇ ਵਿੱਚ ਅਸ਼ੁੱਧਤਾ ਨਹੀਂ, ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ। तो अर्थ तो साफ हो गया। ਇਹਦਾ ਭਾਵ ਵੀ ਇਹੀ ਹੈ ਕਿ ਸ਼ੁੱਧ, ਨਿਰਮਲ, ਪਵਿੱਤਰ। ਗੁਰੂ ਸਾਹਿਬ ਜੀ ਨੇ ਇਸ ਦੇ ਸਰੂਪ ਨੂੰ, ਇਸ ਦੀ ਕਰਨੀ ਨੂੰ ਗੁਰੂ ਕੇ ਸਵਾਰੋ ਬੜੇ ਭਾਵਪੂਰਤ ਢੰਗ ਨਾਲ ਨਿਰਧਾਰਿਤ ਕੀਤਾ ਹੈ। ਆ ਕਦੀ ਧਿਆਨ ਨਾਲ ਸੁਣਿਓ। ਜਿਹੜਾ ਸਰੂਪ ਬਖਸ਼ਿਆ ਇਹ ਵੀ ਨਿਵੇਕਲਾ ਹੈ, ਜਿਹੜੀ ਕਰਨੀ ਬਖਸ਼ੀ ਉਹ ਵੀ ਨਿਵੇਕਲੀ। ਚੇਤੇ ਰੱਖੋ, ਪਹਿਲਾਂ ਉਹ ਗੱਲ ਕਰਨੀ ਤੋਂ ਸ਼ੁਰੂ ਕਰਦੇ ਨੇ। ਧਿਆਨ ਦੇਣਾ, ਕਰਨੀ ਤੋਂ ਸ਼ੁਰੂ ਕਰਦੇ ਨੇ ਉਹ ਗੱਲ। ਕਿਉਂਕਿ ਆਪਾਂ ਜਦੋਂ ਖਾਲਸੇ ਦੀ ਗੱਲ ਕਰਦੇ ਆ ਤੇ ਸਾਨੂੰ ਉਹ ਚੀਜ਼ ਯਾਦ ਰਹਿਣੀ ਚਾਹੀਦੀ ਹੈ ਵੀ ਗੁਰੂ ਸਾਹਿਬ ਜੀ ਨੇ ਇਹ ਸਾਜਿਆ ਕਾਹਦੇ ਵਾਸਤੇ, ਇਹਦੇ ਵਿੱਚ ਕੀ ਗੁਣ ਨੇ। ਉਹਨਾਂ ਸਾਰੀਆਂ ਗੱਲਾਂ ਜਿਹੜੀਆਂ ਇਤਿਹਾਸ ਵਿੱਚ ਪਈਆਂ ਨੇ ਉਹ ਸਾਡੇ ਧਿਆਨ ਵਿੱਚ ਹੋਣੀਆਂ ਚਾਹੀਦੀਆਂ। ਖਿਆਲ ਕਰੋ,
ਇਕਾਗਰਤਾ ਬਖਸ਼ਣ। ਪਹਿਲਾਂ ਕਰਨੀ ਤੋਂ ਸ਼ੁਰੂ ਕੀਤਾ ਉਹਨਾਂ। ਕਰਨੀ ਤੋਂ ਕਿਵੇਂ ਸ਼ੁਰੂ ਕੀਤਾ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਜਦੋਂ ਪ੍ਰਕਾਸ਼ ਪ੍ਰਾਪਤ ਕੀਤਾ ਤੇ ਗੁਰਮਤਿ ਦਾ ਪ੍ਰਕਾਸ਼ ਹੋਇਆ। ਬਾਬੇ ਨੇ ਆਪਣਾ ਨਿਵੇਕਲਾ ਤੇ ਵੱਖਰਾ ਰਸਤਾ ਚੁਣਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਚਾਰ ਕਰਦੇ, ਜਿੱਥੇ ਜਾਂਦੇ ਉੱਥੇ ਗੁਰੂ ਕੇ ਸਵਾਰਿਓ ਸੰਗਤ ਸਥਾਪਿਤ ਹੁੰਦੀ। ਜਿਹੜਾ ਜ਼ਿਕਰ ਅਸੀਂ ਕਰਦੇ ਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ। ਇਹ ਕਰਨੀ ਆਰੰਭ ਕਰ ਦਿੱਤੀ ਵੀ ਕੀ ਹੋ ਜੀ, ਜਿਹੜਾ ਮਨੁੱਖ ਰੱਬ ਨੇ ਸਾਨੂੰ ਸਾਜਣ ਵਾਸਤੇ ਭੇਜਿਆ, ਉਸ ਮਨੁੱਖ ਦੀ ਰੂਪ ਰੇਖਾ ਜੋ ਨੇ ਸਾਨੂੰ ਦਿੱਤੀ ਹੈ, ਉਹ ਹੁਣ ਲੋਕਾਂ ਦੇ ਸਾਹਮਣੇ ਪ੍ਰਗਟ ਕਰਨੀ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਪਿਆਰੋ ਇਹ ਕਾਰਜ ਆਰੰਭ ਕਰ ਦਿੱਤਾ। ਸੰਗਤ ਸਥਾਪਿਤ ਹੋਈ, ਬਖਸ਼ਿਸ਼ ਕੀਤੀ। ਇੱਕ ਦੂਜੇ ਦਾ ਹੱਕ ਨਹੀਂ ਮਾਰਨਾ, ਕਿਸੇ ਨੂੰ ਲੁੱਟ ਕੇ ਨਹੀਂ ਖਾਣਾ। ਮਲਕ ਭਾਗੋ ਜਿਆ ਅੰਨ ਧਾਨ ਇਕੱਠਾ ਨਹੀਂ ਕਰਨਾ, ਗਰੀਬਾਂ ਦਾ ਖੂਨ ਨਹੀਂ ਨਿਚੋੜਨਾ। ਆਪਣੀ 10 ਨੌਆਂ ਦੀ ਕਮਾਈ ਕਰਨੀ ਹੈ ਤੇ ਉਹਨੂੰ ਕਹਿ ਦਿੱਤਾ ਕਿਰਤ ਕਰਨੀ। ਉਹਨੂੰ ਕੀ ਆਖਿਆ? ਕਿਰਤ ਕਰ। ਦੂਸਰਾ, ਸਤਿਗੁਰਾਂ ਨੇ ਕਿਹਾ ਵੀ ਕਿਰਤ ਕਰਨ ਦੇ ਨਾਲ ਨਾਲ ਨਾਮ ਜਪਣਾ, ਬੰਦਗੀ ਕਰਨੀ। ਕਿਉਂਕਿ ਭਾਰਤ ਦੇਸ਼ ਵਿੱਚ, ਚੇਤੇ ਰੱਖਿਓ, ਭਾਰਤ ਦੇਸ਼ ਵਿੱਚ ਬੰਦਗੀ ਕਰਨ ਵਾਸਤੇ, ਰੱਬ ਦੀ ਉਪਾਸਨਾ ਕਰਨ ਵਾਸਤੇ, ਗੁਰਿੰਦਰ ਇੱਕ ਥਾਂ ਤੇ ਟਿਕ ਕੇ ਉਪਾਸਨਾ ਕਰਨ ਵਾਸਤੇ ਉਹ ਕਹਿੰਦੇ ਸਨ ਘਰ ਛੱਡਣਾ ਜ਼ਰੂਰੀ ਹੈ, ਪਰਿਵਾਰ ਛੱਡਣਾ ਜ਼ਰੂਰੀ ਹੈ। ਨਹੀਂ ਤੇ ਉਹਦੇ ਤੋਂ ਬਿਨਾ ਤੇ ਰੰਗ ਲੱਗ ਹੀ ਨਹੀਂ ਸਕਦਾ, ਉਹਦੇ ਤੋਂ ਬਿਨਾ ਤੇ ਮਾਲਕ ਦੇ ਘਰ ਵਿੱਚ ਪ੍ਰਵਾਨਗੀ ਹੋ ਹੀ ਨਹੀਂ ਸਕਦੀ। ਐਸੇ ਇੱਕ ਸੋਚ ਭਾਰਤ ਦੀ ਧਰਤੀ ਦੇ ਉੱਤੇ ਚੱਲਦੀ ਸੀ। ਇਹੀ ਕਾਰਨ ਬਹੁਤ ਜ਼ਿਆਦਾ ਲੋਕ ਜੰਗਲਾਂ ਵਿੱਚ ਚਲੇ ਗਏ, ਪਹਾੜਾਂ ਵਿੱਚ ਚਲੇ ਗਏ, ਇਕਾਂਤ ਵਿੱਚ ਪਰਿਵਾਰ ਛੱਡ ਕੇ ਚਲੇ ਗਏ। ਕਾਹਦੇ ਵਾਸਤੇ? ਕਿ ਰੱਬ ਸਾਨੂੰ ਮਿਲਣਾ ਚਾਹੀਦਾ ਹੈ ਤੇ ਰੱਬ ਦੇ ਮਿਲਣ ਦਾ ਰਸਤਾ ਇਹੀ ਹੈ ਜੋ ਭਾਰਤ ਦੇ ਲੋਕਾਂ ਦੇ ਜੇਨ ਵਿੱਚ ਸੀ ਕਿ ਘਰ ਛੱਡ ਜਾਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ, ਨਾਮ ਜਪਣਾ, ਕਿਰਤ ਕਰਨਾ। ਤੂੰ ਸੰਸਾਰ ਵਿੱਚ ਰਹਿ, ਆਪਣੀ 10 ਨੌਆਂ ਦੀ ਕਿਰਤ ਕਮਾਈ ਕਰ। 10 ਨੌਆਂ ਦੀ ਕਿਰਤ ਕਮਾਈ ਕਰਕੇ ਨਾਮ ਜਪ, ਬੰਦਗੀ ਕਰ। ਤੇ ਚੇਤੇ ਰੱਖੀ, ਜਿਉਂ-ਜਿਉਂ ਬੰਦਗੀ ਕਰੇਗਾ, ਜਿਉਂ-ਜਿਉਂ ਨਾਮ ਜਪੇਗਾ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਚੇਤੇ ਰੱਖੀ, ਤੈਨੂੰ ਮਾਲਕ ਤੇਰਾ ਅੰਦਰੋਂ ਹੀ ਮਿਲ ਪਵੇਗਾ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਕਹਿੰਦੇ ਨੇ ਬਾਹਰ ਕਾਹਦੇ ਲਈ ਢੂੰਡਦਾ ਹੈ? ਬਾਣੀ ਵਿੱਚ ਬਚਨ ਨੇ। ਉਹਨਾਂ ਨੇ ਕਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਬਾਹਰ ਕਾਹਦੇ ਲਈ ਜਾਂਦਾ? ਉਹਨਾਂ ਨੇ ਇਹ ਬਚਨ ਗੁਰੂ ਕੇ ਸਵਾਰਿਓ ਕਹੇ ਕਿ ਤੈਨੂੰ ਅੰਦਰ ਸੰਸਾਰ ਵਿੱਚ ਰਹਿ ਕੇ ਨਾਮ ਜਪੇ, ਕਿਰਤ ਕਰੇ, ਇਹਦੇ ਨਾਲ ਤੈਨੂੰ ਮਾਲਕ ਦੀ ਪ੍ਰਾਪਤੀ ਵੀ ਹੋਵੇਗੀ। ਇਹ ਦੂਸਰੀ ਕਿਰਪਾ ਉਹਨਾਂ ਨੇ ਕੀਤੀ। ਤੀਸਰਾ ਗੁਣ ਉਹਨਾਂ ਨੇ ਕਿਹਾ ਵੀ ਦੇਖੋ, ਇੱਕ ਬੰਦੇ ਦੇ ਭਾਗ ਨੇ, ਉਹ ਕਮਾ ਲੈਂਦਾ, ਉਹਦੀ ਕਿਰਤ ਚੰਗੀ ਹੈ, ਉਹਦੇ ਕੋਲ ਅਨਾਜ ਇਕੱਠਾ ਹੋ ਗਿਆ, ਉਹਦੇ ਕੋਲ ਧਨ ਇਕੱਠਾ ਹੋ ਗਿਆ, ਉਹਦਾ ਪਰਿਵਾਰ ਸੀਮਤ ਹੈ। ਚਲੋ ਪਰਿਵਾਰ ਦੀ ਆਪਣੇ ਦੀ ਪਰਵਰਿਸ਼ ਕਰਦਾ ਹੈ, ਪਰਿਵਾਰ ਨੂੰ ਉਹ ਰਾਸ਼ਨ ਪਾਣੀ ਉਹਦਾ ਪਰਿਵਾਰ ਤੋਂ ਜ਼ਿਆਦਾ ਹੈ। ਭਾਵੇਂ ਜ਼ਿਆਦਾ ਨਾ ਵੀ ਹੋਵੇ ਤਾਂ ਫਿਰ ਵੀ ਉਹਨਾਂ ਨੇ ਗੱਲ ਜ਼ਰੂਰੀ ਕਰ ਦਿੱਤੀ ਵੀ ਜਿਹੜਾ ਰਾਸ਼ਨ, ਜਿਹੜਾ ਅਨਾਜ ਤੂੰ ਕਮਾਈ ਕਰੇ,
ਖਾਣ ਤੋਂ ਪਹਿਲਾਂ ਵੰਡ ਕੇ ਛਕੀ, ਦੇਖੀ ਫਿਰ ਤੈਨੂੰ ਕਿਵੇਂ ਰੰਗ ਲੱਗਦਾ। ਇਹ ਤਿੰਨ ਅਸੂਲ, ਕਿਰਤ ਕਰਨਾ, ਨਾਮ ਜਪਣਾ ਔਰ ਵੰਡ ਛਕਣਾ, ਇਹ ਤਿੰਨ ਅਸੂਲ ਗੁਰੂ ਸਾਹਿਬ ਜੀ ਨੇ ਸਾਨੂੰ ਆਰੰਭ ਵਿੱਚ ਜਿਹੜੇ ਨੇ ਬਖਸ਼ਿਸ਼ ਕੀਤੇ। ਔਰ ਖਿਆਲ ਕਰਿਓ ਇਹ ਕਰਨੀ ਹੈ। ਜਿਹੜਾ ਮਨੁੱਖ ਸਾਜਣਾ, ਜਿਹੜਾ ਅੱਜ ਦਾ ਦਿਨ ਅਸੀਂ ਚੇਤੇ ਕਰਦੇ ਹਾਂ, ਇੱਕ ਦਿਨ ਦੀ ਗੱਲ ਨਹੀਂ ਹੈ। ਖਿਆਲ ਕਰਿਓ ਇਹ ਬੜੀ 200-250 ਸਾਲ ਪਿੱਛੇ ਗੁਰੂ ਸਾਹਿਬ ਜੀ ਨੇ ਜਦੋਂ ਇਸ ਦਿਨ ਦੀ ਚੋਣ ਕੀਤੀ ਤਾਂ 250 ਸਾਲ ਪਹਿਲਾਂ ਗੁਰੂ ਬਾਬੇ ਨੇ ਇਹ ਕਾਰਜ ਆਰੰਭ ਕਰ ਦਿੱਤਾ ਸੀ। ਕਿਉਂਕਿ ਬੜਾ ਮਹਾਨ ਕਰਨੀਵਾਨ ਪੁਰਖ ਦੇ ਗਾਲੀ ਸ੍ਰੀ ਸਾਹਿਬ ਭਵਾਨੀ ਹੈ। ਮਹਾਨ ਕਰਨੀਵਾਨ ਪੁਰਖ ਦੇ ਸੀਸ ਤੇ ਹੀ ਕੰਘਾ ਸੋਭਣਾ ਹੈ। ਮਹਾਨ ਕਰਨੀਵਾਨ ਪੁਰਖ ਦੇ ਹੀ 5 ਕਕਾਰ ਇਹ ਬਖਸ਼ਿਸ਼ ਕਰਨੇ ਨੇ, ਤੇ ਉਹਦੀ ਕਰਨੀ, ਉਹਦੀ ਤਿਆਰੀ ਪਹਿਲਾਂ ਚਾਹੀਦੀ ਹੈ। 3 ਗੁਣ ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਪਹਿਲਾਂ ਪੈਦਾ ਕੀਤੇ। ਮੈਂ ਬੇਨਤੀ ਕਰਨੀ ਦੀ ਉਹ ਸਾਰੀ ਵੀ ਇਹ ਕਿਵੇਂ ਦਾ ਜੀਵਨ ਇਹਦਾ ਹੋਏਗਾ। ਆਹ ਗੱਲ ਚਿੱਤੇ ਰੱਖਿਓ, ਲੁੱਟ ਖਾਣ ਵਾਲਾ ਜੀਵਨ ਖਾਲਸੇ ਜੀਵਨ ਨਹੀਂ ਹੈ। ਇਹ ਚੇਤੇ ਰੱਖਿਓ, ਖਾਲਸੇ ਜੀਵਨ ਪਰਉਪਕਾਰੀ ਜੀਵਨ ਹੈ। ਕਿਸੇ ਨੂੰ ਸ਼ਾਨ ਦੇਣ ਵਾਲਾ ਹੈ, ਕਿਸੇ ਦੀ ਸ਼ਾਨ ਖੋਣ ਵਾਲਾ ਨਹੀਂ ਹੈ। ਖੈਰ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਉਸ ਤੋਂ ਬਾਅਦ ਕਿਉਂਕਿ ਸਰੀਰ ਦੀ ਇੱਕ ਹੱਦ ਹੈ, ਮਰਿਆਦਾ ਵਿੱਚ ਰਹਿਣਾ ਹੈ, ਤਾਂ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਚੋਲਾ ਬਦਲਿਆ। ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਿੱਚ ਟਿਕਾਈ। ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਿੱਚ ਟਿਕਾ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੀ ਨੇ, ਸਤਿਗੁਰਾਂ ਨੇ ਸਰੀਰ ਦੇ ਚੋਲੇ ਨੂੰ ਸੰਕੋਚ ਲਿਆ। ਹੁਣ ਇਸ ਕਰਨੀ ਦੀ, ਖਾਲਸਾਈ ਕਰਨੀ ਨੂੰ, ਇਸ ਮਨੁੱਖ ਦੀ ਕਰਨੀ ਨੂੰ ਅੱਗੇ ਤੋਰਨਾ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਇਹ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਉਹਨਾਂ ਨੇ ਦੂਸਰਾ ਜਿਹੜਾ ਗੁਣ, ਵੈਸੇ ਤੇ ਹਰ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲਾ ਜਿਹੜਾ ਕਾਰਜ ਹੋਏ ਕੀਤਾ, ਪਰ ਮੈਂ ਸਮਝਣ ਵਾਸਤੇ ਆਪ ਜੀ ਨਾਲ ਬੇਨਤੀ ਕਰ ਰਿਹਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹਨਾਂ ਨੇ ਹੁਕਮ ਕਿਵੇਂ ਮੰਨਣਾ, ਆ ਚੇਤੇ ਰੱਖੋ, ਹੁਕਮ ਕਿਵੇਂ ਮੰਨਣਾ। ਖਾਲਸਾ ਅਮੋੜ ਨਹੀਂ ਹੈ। ਖਾਲਸਾ ਕਿਸੇ ਦੀ ਆਗਿਆ ਵਿੱਚ ਚੱਲਣ ਵਾਲਾ, ਕਿਸੇ ਦੀ ਕਿਹਦੀ ਆਗਿਆ ਵਿੱਚ? ਗੁਰੂ ਨਾਨਕ ਦੀ, ਗੁਰੂ ਬਾਣੀ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਖਾਲਸਾ ਆਗਿਆ ਵਿੱਚ ਚੱਲਣ ਵਾਲਾ ਹੈ, ਅਮੋੜ ਨਹੀਂ ਹੈ, ਮਨਮਰਜ਼ੀ ਨਹੀਂ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ੇ ਹੁਕਮ ਤੋਂ ਇੱਧਰ ਤੇ ਉੱਧਰ ਕਦਮ ਨਹੀਂ ਰੱਖਦਾ। ਉਹਨਾਂ ਨੇ ਕਿਹਾ ਹੁਕਮ ਮੰਨਣਾ ਹੈ। ਇਹ ਹੁਕਮ ਮੰਨਣ ਦੀ ਜਿਹੜੀ ਜਿਹੜੀ ਮਨੁੱਖ ਵਿੱਚ ਪੂਰਨ ਮਨੁੱਖ ਬਣਾਉਣ ਵਿੱਚ ਇੱਕ ਅਹਿਮ ਗੱਲ ਚਾਹੀਦੀ ਸੀ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹਦੇ ਵਿੱਚ ਭਰ ਦਿੱਤੀ। ਆਪ ਹੁਕਮ ਮੰਨਿਆ ਗੁਰੂ ਦਾ, ਜੋ ਗੁਰੂ ਨੇ ਕਿਹਾ 7 ਬਚਨ ਕਹਿ ਕੇ ਪ੍ਰਵਾਨ ਕਰ ਲਿਆ। ਗੁਰੂ ਨੇ ਆਖਿਆ ਰੁੱਖ ਤੇ ਹਲਾਓ ਮਠਿਆਈ ਟਪਕੇਗੇ। ਸੇਵਕ ਨੇ ਇਹ ਨਹੀਂ ਪੁੱਛਿਆ ਰੁੱਖਾਂ ਤੇ ਮਠਿਆਈ ਟਪਕਦੀ ਏ ਕਦੀ, ਆਖਿਆ 7 ਬਚਨ, ਰੁੱਖ ਹਿਲਾ ਦਿੱਤਾ। ਬਚਨ ਦੀ ਪਾਲਣਾ ਕਰੋ। ਇਹ ਦੂਸਰਾ ਗੁਣ ਇਸ ਮਨੁੱਖ ਵਿੱਚ ਭਰਿਆ। ਉਸ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣਾ ਸਰੀਰਕ ਚੋਲਾ ਬਦਲਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ। ਉਹਨਾਂ ਨੇ ਕਿਹਾ ਇਹ ਤਸਵੀਰ ਜਿਹੜੀ ਕਿ ਅੱਗੇ ਜਾ ਕੇ ਜਿਸ ਨੇ ਪੂਰਨ ਖਾਲਸੇ ਦਾ ਰੂਪ ਬਣਨਾ ਹੈ, ਇਸ ਤਸਵੀਰ ਵਿੱਚ ਬੜੇ ਖੂਬਸੂਰਤ ਰੰਗ ਭਰੇ ਗਏ ਨੇ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹਦੇ ਵਿੱਚ ਇੱਕ ਹੋਰ ਪਿਆਰਾ ਪਵਿੱਤਰ ਰੰਗ ਭਰ ਦਿੱਤਾ ਕਿ ਇਸ ਮਨੁੱਖ ਵਿੱਚ
किरत करे, नाम जपे, वंड छके, हुक्म का पालन करने वाला होवे, पर सेवादार भी होना चाहिए। ये सेवादार भी पूरा हो, उन्हें आप सेवा कीती ते सानू सेवा करन दा ढंग सिखाया, और किन्नी हट भन के सेवा करनी है, इहदा जिक्र उन्हां बाणी विच भी कीता। हस्ती सिर जो अंकस है, अहरन जो सिर दे, मन तन आगे राख कै, ऊबी सेव करे, इयों गुरमुख नाप नवारिए, सब राज सृष्ट काले। भी इस तरह सेवा करनी है, निष्काम भावना नाल, एक हाथ नाल करें, तेरे दूजे हाथ नूं पता ना हो। सेवा दी हौमे नहीं होनी चाहिए। एक गुण कृपा करके पातशाह जी ने इस दे जीवन विच भरिया। उस तो बाद यकेवा दीगरे धन गुरु रामदास सच्चे पातशाह जी जदों गुरता गद्दी ते सुभाएमान होए, तां उन्हां ने कृपा कीती। उन्हां ने आख्या इस मनुखी करनी विच एक सब तो वधिया रंग इहदे विच, इस करनी विच आउणा चाहिए, ते ओह रंग सी निमरता, अत दी निमरता। हलीमी वाला होवे, खालसा हलीमी वाला। उन्होंने ये निमरता दा रंग, उस तो बाद छेवें पातशाह दा समा आउंदा है, गरीब पंचम पातशाह दा समा आया। उन्होंने आख्या सेवादार है, निमरतावान है, किरत विरत करने वाला है, नाम दा रसिया है, वंड छकण वाला है, आज्ञाकारी है, पर इनू आपा वारन दी भी इहदे विच गल आउणी चाहिदी है। ये शहीद भी इहदे नाल दा कोई ना होवे, उन्होंने आप शहादत दित्ती। ये गुरु साहब जी ने कृपा की। इसी तरह छेवें पातशाह उन्होंने फिर इस महान इहदी करनी विच भगती ते शक्ति दोवें इकट्ठियां कर दित्ती। ये शक्तिवान होवे पर भगती दे कुंडे थले रहे, इहदे कोल ताकत होवे पर बंदगी करन वाला होवे, ये ताकत नाल इंसाफ करे, ताकत नाल बेइंसाफी ना करे। इहदे कोल ताकत होवे, एक बेनती करो करदा, वैसे भेद हुंदा है पर अर्थ वखरे वखरे। कृपान सानू बख्श, जेड़ी आन ते कृपा करदी है, जेड़ी इज्जत रखदी, पत रखदी, तो उन्होंने भगती ते शक्ति सानू बख्शिश कीते। सिख शक्तिवान होवे पर भगती दी ताबिया विच होवे, निर्माण रहे। सतवें पातशाह दा समा आया, उन्होंने कोमलता इस विच भरी। अठम पातशाह जी दा वक्त आया, निर्भयता भरी। आख्या औरंगजेब दे मत्थे नहीं लगना, निर्भय हो के रहना है, डरना नहीं। नौवें पातशाह दा समा आया, उन्होंने इहदे विच त्याग, विराग, अनुराग, खालसा त्यागी होवे, प्यार वाला होवे, रब दे प्यार वाला, विराग वाला होवे, ऐसे गुण भरे। जदों हुण समा आया, धन गुरु गोबिंद सिंह सच्चे पातशाह जी ने गरीब नवाज पातशाह बैठे गुरु नानक दी गद्दी ते, पिछली सारी तस्वीर हजूर दे सामने सी। देखिया कमाल हो गए, ये पुरुष 250 साल तो चलदा चलदा बड़े शुभ गुणों का मालक बनता आ रहा है। लगता है हुण इस खालसाई स्वरूप दे के इस दी तस्वीर नूं मुकम्मल कर देना चाहिए। तां धन गुरु कलगीधर पातशाह जी ने आनंदपुर साहिब जी दी पवित्र धरती ते अकठ बुलाया, ते अकठ बुला के गुरु के सवारियो, उन्होंने उस अकठ तो 5 सीसां दी मंग की। एक एक सीस
ਮੰਗਿਆ, ਪਰਵਾਨਿਆਂ ਨੇ ਸੀਸ ਭੇਟਾ ਕੀਤਾ, ਮੁਰਸ਼ਿਦ ਨੇ ਸੀਸ ਕਿਰਪਾਨ ਦੀ ਸਾਨ ਤੇ ਚਾੜਿਆ, 5 ਸੀਸ ਲਏ, 5 ਸੀਸਾਂ ਨੂੰ ਲੈ ਕੇ ਗੁਰੂ ਕੇ ਸਵਾਰਿਓ ਉਹਨਾਂ ਨੂੰ 5 ਪਿਆਰਿਆਂ ਦਾ ਖਿਤਾਬ ਬਖਸ਼ਿਸ਼ ਕੀਤਾ। 5 ਪਿਆਰੇ ਬਣੇ, ਅੰਮ੍ਰਿਤ ਦੀ ਦਾਤ ਉਹਨਾਂ ਨੂੰ ਦਿੱਤੇ, ਅੰਮ੍ਰਿਤ ਦੀ ਦਾਤ ਉਹਨਾਂ ਪਾਸੋਂ ਆਪ ਲਈ ਤੇ ਉਸ ਖਾਲਸੇ ਉਸ ਨੂੰ ਲਕਬ ਦਿੱਤਾ, ਇਹ ਮੇਰਾ ਖਾਲਸਾ, ਇਹ ਮੇਰਾ ਖਾਲਸਾ ਹੈ। ਜਿਹੜੀ ਤਸਵੀਰ, ਜਿਹੜਾ ਮਨੁੱਖ ਪਿੱਛੋਂ ਮਹਾਨ ਕਰਨੀ ਘਾਲਦਾ ਰਿਹਾ ਸੀ, ਉਹਦੀ ਕਰਨੀ ਨੂੰ ਸੰਪੂਰਨ ਕਰਕੇ ਅੱਜ ਉਸ ਨੂੰ ਇੱਕ ਬਾਣਾ ਵੀ ਦੇ ਦਿੱਤਾ, ਉਹਨੂੰ 5 ਕਕਾਰ ਦੀ ਵਰਦੀ ਬਖਸ਼ਿਸ਼ ਕਰ ਦਿੱਤੇ। ਕਰਨੀ ਤਾਂ ਉਹ ਪਿੱਛੋਂ ਹੀ ਕਮਾਉਂਦਾ ਆ ਰਿਹਾ ਹੈ। ਗੁਰੂ ਕੇ ਸਵਾਰਿਓ ਸੁਮੇਲ ਹੋ ਗਿਆ ਕਿ ਮੇਰਾ ਖਾਲਸਾ ਇਸ ਸਰੂਪ ਦਾ ਹੋਵੇਗਾ। ਕਾਰਨ ਬੜੇ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦੇ ਤੇ ਉਹਨਾਂ ਨੇ ਇਸ ਖਾਲਸੇ ਨੂੰ ਸਾਜ ਕੇ ਆਪਣੀ ਰਸਨਾ ਤੋਂ ਇਹ ਬੋਲ ਕਹੇ ਸਨ, ਸਾਰੇ ਪੜੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ खालसे में हूँ करूँ निवास, खालसे में हूँ करूँ निवास, खालसे में हूँ करूँ निवास, खालसे में हूँ करूँ निवास। एडी वड्डी कृपा की और उन्होंने जिथे ककार बख्शिश कीते उथे उन्होंने रैत बैत बख्शिश कीती। की हो जा होएगा खालसा? एक गल चेते रखना, गुरु दे बख्शी हुई मर्यादा नू खालसा तोड़न वाला नहीं, उन्हें बना के रखने वाला, अपने ढंग नाल समय दी हिसाब नाल मोड़ लेना ये जरूरी नहीं। जो गुरु साहब जी ने बेशक मर्यादा सानू बख्शिश की है, उन्हें उसी तरह हूबहू अटल रहना, और उन्होंने सानू कुरैतां तो वरजे रहता दे धारनी होण दा गरीब नवाज पातशाह जी ने सानू सिक्ख्या बख्शिश की। और फिर ये गल कही, पहला सत करतार कहते सन, हुण जदों खालसा एक दूजे नूं मिलदा है ते उन्होंने कहा तेनू वाहिगुरू चित आवे। मिल लग्या उन्होंने कृपा की, कहते जदों एक दूजे नूं मिले ते की बुलावे फतेह। वाहिगुरू जी का खालसा, वाहिगुरू जी की फतेह। जदों तू मिले ते फतेह बना, तेनू वाहिगुरू चेते आ। तू स्वैमानी निधड़क है, बेपरवाह। और उन्होंने ये गल जरूरी कर दी कि खालसा हमेशा पत ढक है, खालसा जबर ते जुल्म दा टाकरा करने वाला है। और ख्याल करियो, पता नहीं इस कौम विच गुरु ने की भर दिता। नादर ने जकरिया खान नूं पूछया, भाई मेरी ते किसी ने राह रोकिया नहीं है अज तक, क्योंकि हिंदुस्तान विच जिहड़ा भी जरवाना चढ़ के आया ते इन्हां नूं कोई बहुता डराण डराउण दी लोड़ नहीं सी। इन्हां अगे वड्डे शस्त्र चुकण दी कोई लोड़ नहीं सी।
महान इन्हां को बहुती सूरबी वीरता वाली गल नहीं सी। इहदा जिक्र ते पातशाह ने बाणी विच कर दिता है। कहन लगे बाबर चढ़ के आया ते मंत्र पढ़ाने शुरू कर देते हैं, मुकाबला नहीं करना। फिर जदों किधरे अबदाली ने इसनूं लुटिया ते उन्हें एक बड़ा वधिया तरीका अपना लिया। उन्हें कहा भी इन्हां ने कुसकना नहीं, गावां नूं लाओ अगे, गावां नूं इन्हां ने कहना कुछ नहीं, इन्ने च इन्हां दा असीं सारा कुछ सफा कर देना। ओ जदों आवे गावां अगे ला के लुट के कुट के जांदा बना। नादर जदों आया ते कोई बंदा हिंदुस्तान विच, सारे हिंदुस्तान विच इन्हां दी रस्सा रोकण वाला नहीं सी। वार ने जाइए गुरु कलगीधर पातशाह महाराज जी दे उन्हां दी साजी होई छोटी जी कौम ने बाहर आउण वाले जरमानियां दा नक दम कर दिता। और उन्होंने पूछया सी नादर नूं, जकरिया खान नूं नादर ने पूछया भी दस की कहानी है भी ये की हो जाए ने, इन्हां नूं मारदा क्यों नहीं, इन्हां दे घर किथे ने, घर काल खत्म कर। ओ कहन लगा जनाब ये गल ना तुहाडे बस दी लगदी है ते मेरे बस दी ते बिल्कुल ही नहीं। पूछया क्यों? कहंदे इन्हां नूं की मारी, ये मरदे ही नहीं। कहन लगे क्यों मरदे क्यों नहीं? कहानी की ओदी कहानी हो बड़ी लंबी इबारत इतिहास विच लिखी है, मैं संक्षेप विच बेनती करदा। उन्होंने क्या जकरिया आख लगा भी मुर्शद इनका वली भयो है। इन्हां दा मुर्शद बड़ा करामाती होया है, शक्तिवान होया है, ताकतवान होया। उहदा इशारा गुरु कलगीधर पातशाह महाराज जी वाल, मुर्शद इनका वली भयो है, इनको अयाबे हयात दयो है। उस वली इन्हां दे मुर्शद ने इन्हां नूं आबे हयात दिता, अमृत दी दात दिती। ओए अमृत दी दात दिती, अमृत किवें तैयार हुंदा? कहण लगा जी वो बाटे विच जल पांदे ने, एक लोहे नुमा खंडा हाथ विच पकड़दे ने, विच पा के पतासे रगड़दे ने, मुंह तो कोई कलाम पढ़दे ने ते ओ 5 जाने तैयार करके जदों छकांदे ने, जेड़ा ओदे विच छकदा है मौत ते ओदे अगे लग उठदी है, पर ओ मौत नूं वेख के डरदे नहीं। उन्होंने क्या कमाल हो गई। हालांकि मैं फिर भी बेनती करता भी खालसा बड़ी रियायत वरतदा है, बड़ी रियायत वरतदा है। माता साहब कौर नूं आख्या सी गुरु कलगीधर पातशाह जी ने, कह लगे फलो पयो तू चल कर आई, नींद नीर बिखे पाई मधुराई। चंगा होया तू इस अमृत दी पाउल तैयार कर लग्या, आ गई है, पतासे पा दिते ने, नहीं तो पंथ होत बड़ करूरा। पता कोई नहीं सी कि पंथ दा स्वरूप फिर किहो जा होना सी। गुरु के सवारों ने क्या भी मुर्शिद इनका वली भयो है, इनको याबे हयात दयो है, गजब असर इसका हम देखे। मैं कह लगे ओदा असर ही बड़ा अजीब वेख्या है, बड़े कमाल दा वेख्या है। बुझ दिल होवत शेर बशेखा, कह लगे जेड़ा बुझ दिल है वो शेर बन जाता। वैसे खालसे दी जिंदगी विच डिप्रेशन दी दुनिया है नहीं सी। जेड़ा खालसा है ना वो डॉक्टर को भी जा कह लगे भाई तू ते चढ़दी कला वाला, सवेरे उठण वाला है,
ਜੇ ਬਾਣੀ ਪੜਨ ਵਾਲਾ ਤੇ ਤੈਨੂੰ ਡਿਪਰੈਸ਼ਨ ਕਾਹਦਾ? ਉਹ ਕਹਿੰਦਾ ਜੀ ਮੈਨੂੰ ਗੋਲੀਆਂ ਦਿਓ। ਨਹੀਂ, ਫਿਰ ਘਾੜ ਜ਼ਰੂਰ ਹੋਏ। ਗੁਰੂ ਸਾਹਿਬ ਉਹਨੇ ਬਚਨ ਕਹਿ ਲਗੇ, ਬੁੱਝ ਦਿਲ ਹੋਵਤ ਸ਼ੇਰ ਬਸ਼ੇਖਾ। ਜਿਹੜੀਆਂ ਘੁੱਟਾਂ ਉਹਦੇ ਵਿੱਚੋਂ ਪੀ ਲੈਂਦੇ ਨੇ, ਉਸ ਨੂੰ ਪੀ ਕੇ ਸ਼ੇਰ ਬਣ ਜਾਂਦੇ ਨੇ, ਕੋਈ ਪਰਵਾਹ ਨਹੀਂ। ਦੂਜੇ ਪਾਸੇ ਕਿੰਨੇ ਖਲੋਤੇ ਨੇ, ਕੋਈ ਪਰਵਾਹ ਨਹੀਂ। ਉਹ ਕਹਿੰਦੇ ਸਾਡੇ ਗੁਰੂ ਨੇ ਮੈਜੋਰਟੀ ਨਹੀਂ ਬਣਾਈ, ਮਿਨੋਰਟੀ ਨੂੰ ਕਰਕੇ ਤਿਆਰ ਤੇ ਆਖਿਆ ਸੀ ਸਾਹਮਣੇ ਖੜੇ ਹੋ ਜਾਇਓ, ਦੇਖ ਲਾਂਗੇ ਦੌੜਦਾ ਕਿਹੜਾ। ਸਰੀਰ ਨਹੀਂ ਲੜਦੇ, ਗਿਣਤੀਆਂ ਨਹੀਂ ਲੜਦੀਆਂ, ਗੁਰਦੇ ਲੜਦੇ ਨੇ, ਅੰਦਰ ਲੜਦੇ ਨੇ, ਜ਼ਮੀਰਾਂ ਲੜਦੀਆਂ ਨੇ। ਖੈਰ ਕਹਿੰਦੇ ਬੁੱਝ ਦਿਲ ਹੋਵਤ ਸ਼ੇਰ ਬਸ਼ੇਖਾ। ਉਹ ਅਗਲੀ ਗੱਲ ਕਹਿੰਦਾ, ਕਾਨ ਨਾ ਕਾਹੂ ਕੀ ਇਹ ਰਾਖਤ। ਇਹ ਕਿਸੇ ਦੀ ਪਰਵਾਹ ਨਹੀਂ ਕਰਦੀ, ਕੋਈ ਆ ਜਾ ਕਿਸੇ ਦੀ ਪਰਵਾਹ ਨਹੀਂ ਕਰਦੇ। ਸ਼ਹਿਨशाह ਖੁਦ ਹੀ ਕੋ ਪਾਖਤ। ਕਹਿਣ ਲੱਗੇ ਆਪਣੇ ਆਪ ਨੂੰ ਸ਼ਹਿਨशाह ਕਹਿੰਦੇ ਨੇ। ਜਿਹੜੇ ਸ਼ਹਿਨशाह ਹੋਣ ਉਹ ਵੀ ਇਹਨਾਂ ਤੋਂ ਡਰਦੇ ਨੇ, ਕਿਉਂਕਿ ਜਿਹੜਾ ਨਿਰਸਵਾਰਥੀ ਉਹਨੂੰ ਪਰਵਾਹ ਕੋਈ ਨਹੀਂ। शहनशाह इन आगे कोई मायना नहीं रखते, खुद शहनशाह ने। खैर शहनशाह खुद ही को भागत और सबन को जीव 84। अपने तो बिना सारिਆਂ ਨੂੰ ਕਹਿੰਦੇ 84 ਦਾ ਮਾਲ ਹੈ। ਜੂਨਾਂ ਵਿੱਚ ਆਉਂਦੇ ਨੇ, ਗਰਭ ਵਿੱਚ ਗਲਦੇ ਨੇ, ਮਰ ਜਾਂਦੇ ਨੇ, ਅਗਲੀ ਫਿਰ ਜੂਣ ਪੈਦਾ ਹੋ ਜਾਂਦੀ ਹੈ। ਤੇ ਜੇ ਕੋਈ ਇਹਨਾਂ ਨੂੰ ਪੁੱਛੇ, ਤੁਸੀਂ ਕਹਿ ਲਗੇ ਅਸੀਂ ਅਬਨਾਸ਼ੀ ਆ, ਮਰਜ਼ੀ ਨਾਲ ਆਉਂਦੇ ਆ, ਮਰਜ਼ੀ ਹੋਵੇ ਚਲੇ ਜਾਂਦੇ ਆ, ਸਾਡੇ ਤੇ ਹੁਕਮ ਰੱਬ ਦਾ ਵੀ ਨਹੀਂ ਚੱਲਦਾ, ਸਾਡੇ ਤੇ ਕਲਗੀਆਂ ਵਾਲਾ ਬਾਜਾਂ ਵਾਲਾ ਸਾਡਾ ਸਹਾਈ ਹੈ, ਜਿਵੇਂ ਹੁਕਮ ਕਰਦਾ ਸੀ ਉਸ ਤਰ੍ਹਾਂ ਕਰਦੇ। ਉਹਨੇ ਗੱਲ ਸੁਣੀ, ਕਹਿਣਗੇ ਬੜਾ ਅਜੀਬ ਤਰ੍ਹਾਂ ਦੇ ਮਨੁੱਖ। ਉਹ ਕਹਿੰਦੇ ਵੀ ਤੂੰ ਇਹਨਾਂ ਦੇ ਘਰ ਜਿਹੜੇ ਨੇ ਬਣੇ ਹੋਏ ਸਾੜ ਦੇ। ਕਹਿਣਗੇ ਬਾਦਸ਼ਾਹੀ ਤੇ ਵੱਡਾ ਭੁਲੇਖਾ ਹੈ, ਇਹਨਾਂ ਦੇ ਘਰ ਹੋਣ ਤੇ ਸਾੜੀ। ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ। ਕਹਿੰਦੇ ਸਾਰੀ ਦੁਨੀਆ ਸਾਡੀ ਹੈ, ਜਿੱਥੇ ਮਰਜ਼ੀ ਚਲੇ ਜਾਈਏ। ਬੇਪਰਵਾਹੀ ਦੇ ਆਲਮ ਵਿੱਚ ਘੁੰਮਦੇ ਨੇ। ਉਹਨੇ ਕਿਹਾ ਵੀ ਹੋਰ ਇਹਨਾਂ ਦੀ ਕੀ ਖੂਬੀ? ਕਹਿ ਲਗੇ ਹੋਰ ਖੂਬੀ ਇਹਨਾਂ ਦੀ ਇਹ ਹੈ। ਕਿਹੜੀ? ਉਹ ਕਹਿੰਦੇ ਵੀ ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਹੈ, ਲੰਗਰ ਤਿਆਰ ਹੁੰਦਾ ਹੈ, ਜਦੋਂ ਲੰਗਰ ਤਿਆਰ ਹੁੰਦਾ ਹੈ ਉਦੋਂ ਫਿਰ ਆਵਾਜ਼ ਦਿੰਦੇ ਨੇ ਟੰਕੇ ਦੀ ਚੋੜ ਤੇ। ਮੈਂ ਬੇਨਤੀ ਕਰਾਂ, ਵੱਡੇ ਵੱਡੇ ਵੀ ਇਸ ਪ੍ਰਥਾ ਨੂੰ ਚਲਾ ਨਹੀਂ ਸਕਦੇ। ਧੰਨ ਨੇ ਗੁਰੂ ਨਾਨਕ ਦੇਵ, ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਦਾ ਘਰ ਹੈ। ਉਹ 20 ਰੁਪਈਆਂ ਦਾ ਲੰਗਰ ਕੀ ਚਲਾ ਦਿੱਤਾ। ਸਦੀਆਂ ਤੱਕ ਲੋਕ ਛਕਦੇ ਨੇ, ਅੱਗੇ ਛਕਦੇ ਰਹਿਣਗੇ, ਪਰ ਇਹ ਖਜ਼ਾਨਾ ਕਦੀ ਮੁੱਕੇਗਾ ਨਹੀਂ। ਤੇ ਆ ਜਿਨ੍ਹਾਂ ਨੂੰ ਸਾਰਾ ਕੁਝ ਦੇਣ ਨੂੰ ਫਿਰਦਾ ਹੈ ਮੌਜੂਦਾ ਨਿਜ਼ਾਮ, ਇਹ ਸਰਕਾਰਾਂ, ਇਹ ਇੱਕ ਦਿਨ ਵੀ ਲੰਗਰ ਲਾ ਕੇ ਵਿਖਾਣ, ਵੱਡੇ ਵੱਡੇ ਅਮੀਰ ਆਪਣੇ ਆਪ ਨੂੰ ਸਮਝਦੇ, ਜਿਹਨੂੰ ਕਾਰਪੋਰੇਟ ਲੋਕ ਕਹਿੰਦੇ ਨੇ। ਗੁਰੂ ਕੇ ਸਵਾਰੋ ਉਹਨੇ ਬੋਲ ਕਹੇ, ਕਹਿਣ ਲੱਗਾ ਦੇਖ ਆਵਾਜ਼ਾ ਭੂਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਕਹਿੰਦੇ ਜਦੋਂ ਲੰਗਰ ਤਿਆਰ ਹੋਵੇ ਤੇ ਫਿਰ ਇਹਨਾਂ ਦਾ ਇੱਕ ਨਗਾਰਾ ਹੈ, ਥਾੜ ਥਾੜ ਕਰਕੇ ਵੱਜਦਾ ਤੇ ਉੱਚੀ ਆਵਾਜ਼ ਨਾਲ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਦੇਗ ਤਿਆਰ ਹੋਈ ਹੈ, ਕਲਗੀਆਂ ਵਾਲੇ ਦੇ ਲੰਗਰ ਤਿਆਰ ਹੋਇਆ ਹੈ। ਆਓ ਜੇ ਕੋਈ ਭੁੱਖਾ ਸੁਣਦਾ ਤੇ ਸੁਣ ਕੇ ਆਪਣੀ ਭੁੱਖ ਬੁਝਾਉਣ ਲਈ ਆ ਜਾਏ। ਤੇ ਨਾਦਰ ਨੇ ਅਗਲੀ ਗੱਲ ਟੋਕਦਿਆਂ ਕਹਿ ਲੱਗਿਆ, ਕਮਲਿਆ ਜੇ ਤੇਰੇ ਮੇਰੇ ਵਰਗਾ ਕੋਈ ਇਹਨਾਂ ਦੀ ਆਵਾਜ਼ ਸੁਣ ਕੇ ਚਲਾ ਜਾਏ, ਇਹਨਾਂ ਦਾ ਦੁਸ਼ਮਣ ਜੇ ਕੋਈ ਭੁੱਖਾ ਹੋਵੇ ਤੇ ਉਹ ਭੁਲੇਖੇ ਨਾਲ ਨਗਾਰੇ ਦੀ ਆਵਾਜ਼ ਸੁਣ ਕੇ ਚਲਾ ਜਾਏ
ਉਹਨੂੰ ਵੀ ਲੰਗਰ ਛਕਾਉਂਦੇ ਨੇ। ਕਹਿਣ ਲੱਗੇ ਜਨਾਬ ਇੱਕ ਗੱਲ ਤੁਹਾਨੂੰ ਦੱਸ ਦਿਆਂ, ਨਿਯਮਬੱਧ ਬੜੇ ਵਧੀਆ ਨੇ, ਇੰਨੇ ਸਿਸਟਮ ਵਿੱਚ ਕੰਮ ਕਰਨ ਵਾਲੇ ਨੇ, ਭਾਵੇਂ ਜਿੰਨਾ ਮਰਜੀ ਦੁਸ਼ਮਣ ਕਿਉਂ ਨਾ ਆਵੇ। ਕਹਿਣ ਲੱਗੇ ਤੂੰ ਪਹਿਲਾਂ ਲੰਗਰ ਛਕ, ਭੁੱਖਾ ਹੈ, ਭੁੱਖੇ ਨੂੰ ਕਿਉਂ ਮਾਰਨਾ, ਪਹਿਲਾਂ ਰਜਾਵਾਂਗੇ, ਬਾਅਦ ਚ ਤੇਰੇ ਨਾਲ ਕਰਾਂਗੇ ਗੱਲ। ਉਸ ਸਮੇਂ ਦੁਸ਼ਮਣ ਕਿਮ ਆਵੇ, ਉਸ ਵੇਲੇ ਜੇ ਕਿਧਰ ਦੁਸ਼ਮਣ ਵੀ ਆ ਜਾਏ, ਪਰਮ ਅਮੀਤ ਸਮਤਾ ਹੈ ਛਕਾਵਾਂ। ਕਹਿਣਗੇ ਇਸ ਤਰ੍ਹਾਂ ਛਕਾਉਂਦੇ ਨੇ ਵੀ ਜਿਵੇਂ ਇਹਦੇ ਵਰਗਾ ਮਿੱਤਰ ਹੀ ਕੋਈ ਨਹੀਂ, ਇਹਨਾਂ ਇਹਨੇ ਵਰਗਾ ਦੋਸਤ ਹੀ ਕੋਈ। ਉਹਨੇ ਕਿਹਾ ਵੀ ਹੋਰ ਗੱਲ ਸੁਣਦਾ ਜਾਂਦਾ ਹੈ। ਕਹਿਣ ਲੱਗਾ ਕੋਈ ਹੋਰ ਇਹਦੇ ਚ ਗੁਣ? ਕਹਿੰਦੇ ਇੱਕ ਗੁਣ ਇਹ ਚ ਹੋਰ ਬੜਾ ਵੱਡਾ ਹੈ, ਸਾਡੇ ਘਰਾਂ ਚ ਜਾਏ ਕੋਈ ਮਰ, ਤੇ ਮਰਨ ਤੋਂ ਬਾਅਦ ਅਸੀਂ ਕੋਈ ਸਾਲ 6 ਮਹੀਨੇ ਕੋਈ ਮਿੱਠੀ ਚੀਜ਼ ਮੂੰਹ ਦੇ ਨੇੜੇ ਨਹੀਂ ਆਉਣ ਦਿੰਦੇ। ਜੇ ਕੋਈ ਸਾਡੇ ਘਰਾਂ ਚ ਬਣਾ ਲੈ ਤੇ ਅਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ ਸਾਡੇ ਘਰ ਫਲਾਣੇ ਦੀ ਮੌਤ ਹੋਈ ਹੈ। ਮਿੱਠਾ ਬਣਾਉਣ ਦਾ ਮਤਲਬ ਹੈ ਖੁਸ਼ੀ ਕਰਨੀ, ਪਰ ਕਹਿੰਦੇ ਇਹਨਾਂ ਦਾ ਸਿਲਸਿਲਾ ਹੀ ਹੋ ਰਿਹਾ, ਇਹਨਾਂ ਦੇ ਕੋਈ ਸਿੰਘ ਮਰ ਜਾਏ, ਕੋਈ ਸਿੰਘਣੀ ਮਰ ਜਾਏ, ਇਹਨਾਂ ਨੇ ਕੜਾਹ ਪ੍ਰਸ਼ਾਦ ਬਣਾਣਾ ਹੀ ਬਣਾਉਣਾ, ਉਹ ਮਿੱਠਾ ਹੁੰਦਾ। ਉਹ ਕਹਿੰਦੇ ਸਿੰਘ ਸਿੰਘਣੀ ਜੋ ਮਰ ਜਾਏ ਹੈ, ਬਾਂਟਤ ਹਲਵਾ ਤੁਰਤ ਬਣ। ਸਭ ਤੋਂ ਪਹਿਲਾਂ ਕਹਿੰਦੇ ਨੇ ਹਲਵਾ ਬਣਾਓ, ਪ੍ਰਸ਼ਾਦ ਬਣਾਓ। ਤੇ ਉਹਨੇ ਸਾਰੀ ਗੱਲ ਸੁਣੀ ਤੇ ਗੱਲ ਸੁਣ ਕੇ ਕਹਿਣ ਲੱਗਾ ਜ਼ਕਰੀਆ ਜੇ ਤੂੰ ਮੈਨੂੰ ਜਿਉ ਜੀ ਇਹਨਾਂ ਦੀ ਕਹਾਣੀ ਬਿਆਨ ਕੀਤੀ ਹੈ, ਜਿਉ ਜੀ ਇਹਨਾਂ ਦੀ ਜੀਵਨ ਬਾਰੇ ਤੂੰ ਮੈਨੂੰ ਦੱਸਿਆ ਹੈ, ਜੇ ਇਹੋ ਜੇ ਜੀਵਨ ਦੇ ਨੇ ਤੇ ਸੱਚ ਜਾਣੀ ਅਸੀਂ ਤੇ ਤੂੰ ਭਾਵੇਂ ਸਭਾ ਅੱਜ ਵਲੇਟ ਲਈਏ, ਕੱਲ ਵਲੇਟ ਲਈਏ, ਇੱਕ ਨਾ ਇੱਕ ਦਿਨ ਸਾਨੂੰ ਇੱਥੋਂ ਕੂਚ ਕਰਨਾ ਹੀ ਪੈਣਾ, ਇਹਨਾਂ ਦਾ ਰਾਜ ਜ਼ਰੂਰ ਹੋਵੇ। ਐਸਾ ਗੁਰੂ ਨੇ ਖਾਲਸਾ ਸਾਜਿਆ। ਉਹਦੇ ਨਿਯਮ, ਉਹਦੀ ਮਰਿਆਦਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਨਾਮ ਜਪਦਾ, ਇੱਕ ਸ਼ਬਦ ਅਸੀਂ ਵਰਤਦੇ ਹਾਂ, ਇਹੋ ਜਿਹਾ ਧਰਮ ਨਹੀਂ ਹੈ ਵੀ ਇੱਕ ਨੇ ਚਪੇੜ ਮਾਰੀ ਤੇ ਆਖਿਆ ਜੀ ਤੁਹਾਨੂੰ ਗਿਆਨ ਹੋ ਜਾਏਗਾ, ਦੂਸਰੀ ਗੱਲ ਕਰ ਲਓ, ਦੂਜਾ ਪਾਸਾ ਕਰ ਲਓ, ਦੂਜੇ ਪਾਸੇ ਵੱਜੀ ਤੇ ਫਿਰ ਪਹਿਲਾ ਕਰ ਲਓ ਨਾ। ਉਹ ਕਹਿੰਦੇ ਨੇ ਇਹ ਕੰਮ ਨਹੀਂ ਹੈ। ਜਿੰਨੇ ਮਾੜੀ ਜੀਆਂ ਅੱਖਾਂ ਕੱਢੀਆਂ ਉਹਦੀਆਂ ਬਾਹਰ ਕੱਢ ਦੇਣੀਆਂ ਅੱਖਾਂ। ਇਹ ਖਾਲਸਾ ਹੈ, ਜਾਹੋ ਜ਼ਲਾਲ ਹੈ ਸਦਾ। और गुरु के सवारो इन्नी सूरबीरता भरी वो नाम जपन वाला। मैं बेनती करे दो शब्द अड़े सो चढ़े। जेड़ा अड़दा आ जदों सरोवर नूं पूरिया गया ते सरदारां ने उसे राजे दियां फौजां नूं कैद करके ओदे तो पटवा के मिट्टी बाहर सटाई सी। अयो जे खालसे ने अड़े सो चढ़े। जेड़ा अड़दा ओनू तलवार नाल झाड़ देंदे। और एक बेनती करां, एदी तलवार कृपान परोपकार करदी है, परोपकार वास्ते उठदी है, परोपकार वास्ते उठदी है। अज जदों देश भी आजाद होया, इहदी आजादी दी कहानी 47 तो शुरू नहीं हुंदी, बड़ी पिछों शुरू हुंदी है। ओहदे विच कुर्बानियां ते बहुतियां इहदी पर समा भुल जांदा। अड़े सो चढ़े, अगला वचन शरण परे सो तरे। जेड़ा इस खालसे दी शरण पै जाए ओ तर जाए। जेड़ा शरण पै जाए कहंदे वी तू कोई नहीं, हुण तू साडा है, असीं तेरे हां। ते जेड़ा अड़े कहंदे फिर हुण सीधा हो जा। ऐसी मार्शल, ऐसी परोपकारी कौम नूं
पैदा किया गुरु कलगीधर पातशाह जी। उन्हां दा हसान, उन्हां दे परोपकार कोई नजर अंदाज नहीं कर सकता। जिस विच ज़मीर होवे ते बिल्कुल नजर अंदाज नहीं कर सकता। और उन्होंने खालसा ही नहीं पैदा किया, आ हिंदुस्तान दी इज्जत लई ओदे धर्म नहीं बचाण वास्ते अपने पिता दा शीश देण लई पिता नूं तोड़ दिंदा है। इदू वड्डा गुरु के सवारो परोपकारी सतगुरु होर कौन होवेगा। और उन्होंने ये गुरु के सवारों मेरा कीतियां, साडे ते बख्शा कीतियां। आओ सारे इस गुरु दी वडियाई करिए, कोई रसना बांझी ना रहे, सब ने कृपा करनी जी। ऐसे गुरु को बल बल जाइए, ऐसे गुरु को बल बल जाइए, गुरु को बल बल जाइए, ऐसे गुरु को बल बल जाइए, गुरु को आप मुक्त मुख्तार, आप मुक्त मुख्तार। उच्ची बोलो पाए। ऐसे गुरु को बल बल जाइए, ऐसे गुरु को बल बल जाइए, बलिहारी गुरु अपने, बलिहारी गुरु अपने, दिहाड़ी सदवार, दिहाड़ी सदवार, जिन मानस ते देवत किए, जिन मानस ते देवत किए, करत न लागी वार, करत न लागी वार। साध संगत ऐसे गुणा नाल भरपूर है खालसा जो सतगुरां ने साजे। आओ हुण मैं अज दे शब्द दी संखेप विचार आप जी नाल सांझी कर देवां। पातशाह कहंदे बैसाख तीरन क्यों वाढिया। वाढिया दा मतलब है वांझिया, वांझियां दा मतलब है रब तो विहोणियां। गरीब नवाज पातशाह जी कहंदे ने भी ओ जीव इस्त्रियां, जिग्यासु जीव इस्त्रियां किवें धीरज करन, ਜਿਹੜੀਆਂ मालक तो वांझियां ने, जिन्ना प्रेम विछो, जिन्ना दे मन विच रब लई प्रेम है, मिलना चाहदियां ने, तांग रखदियां ने, विछड़ियां हुईयां ने, उन्हां नूं किवें धीरज आवे, वो किवें टिकन। अगला वचन कहते हर साजन पुरख विसारक है। हरी सज्जन वाहिगुरु उस अकाल पुरख नूं विसार के लगी माया तो जेड़ी जिंदगी निरंकार परमेश्वर वाहिगुरु नूं विसार के माया दी खिच पिछे खिंची जान लगी या माया कट्ठी कर लगी,
ਵੀ ਇਹ ਮਾਇਆ ਪੁੱਤਰ ਧੀਆਂ ਪਰਿਵਾਰ ਵਾਸਤੇ ਮੈਂ ਜੋੜ ਜਾਵਾਂ, ਇਕੱਠੀ ਕਰ ਲਵਾਂ। ਜਿਹਨੂੰ ਮਾਇਆ ਵਾਸਤੇ ਰੱਬ ਲਈ ਕੋਈ ਟਾਈਮ ਸਮਾਂ ਕੱਢਣਾ, ਕੋਈ ਫੁਰਸਤ ਹੀ ਨਾ ਮਿਲੀ, ਸਾਹਿਬ ਕਹਿਣ ਲੱਗੇ ਉਸ ਜੀਵਨ ਦੀ ਇਕੱਠੀ ਕੀਤੀ ਮਾਇਆ ਜਿਹਦੇ ਲਈ ਕੀਤੀ, ਉਹਦੇ ਸਮੇਤ ਇਹਦੇ ਕੰਮ ਨਹੀਂ ਆਉਣੀ। ਪੁੱਤਰ ਕਲੱਤਰ ਨਾ ਸੰਗਤਨ, ਕਲੱਤਰ ਕਹੀਏ ਇਸਤਰੀ, ਪੁੱਤਰ ਦਾ ਮਤਲਬ ਪੁੱਤਰ, ਇਸਤਰੀ ਪੁੱਤਰ ਨਾ ਸੰਗਤਨ, ਸਮੇਤ ਧਨ ਦੇ ਜੋ ਤੂੰ ਇਕੱਠਾ ਕੀਤਾ ਹੈ ਕਿਸੇ ਕੰਮ ਨਹੀਂ। ਕੰਮ ਹੈ ਤਾਂ ਕੇਵਲ ਹਰ ਅਵਨਾਸ਼ੀ, ਉਹ ਅਵਨਾਸ਼ੀ ਪੁਰਖ ਵਾਹਿਗੁਰੂ ਜਿਹੜਾ ਹੈ ਉਹੀ ਤੇਰੇ ਕੰਮ ਆਉਣ ਵਾਲਾ, ਹੋਰ ਨਹੀਂ ਕੋਈ। ਮਾਇਆ ਦਾ ਯੋਗਦਾਨ ਹੈ ਪਰ ਇੰਨਾ ਨਹੀਂ ਹੈ। ਸੰਸਾਰ ਵਿੱਚ ਵਿਚਰਨ ਲਈ, ਸੰਸਾਰ ਵਿੱਚ ਰਹਿਣ ਲਈ ਮਾਇਆ ਚਾਹੀਦੀ। ਮਾਇਆ ਗੁਜਰਾਨ ਹੈ ਪਰ ਮਾਇਆ ਸਭ ਕੁਝ ਨਾ ਹੋ ਜਾਏ, ਗੁਜਰਾਨ ਹੋਵੇ ਇਹ ਜ਼ਰੂਰੀ। ਸਤਿਗੁਰੂ ਅੱਗੇ ਭਜਨ ਕਹਿੰਦੇ ਨੇ ਵੀ ਪਲਚ ਪਲਚ ਸਗਲੀ ਮੋਈ, ਪਰ ਇਹ ਮਾਇਆ ਦਾ ਕਹਿੰਦੇ ਪ੍ਰਭਾਵ ਹੀ ਐਸਾ ਹੈ, ਸਾਰੀ ਲੁਕਾਈ ਇਹਦੇ ਪਿੱਛੇ ਪਲਚ ਪਲਚ ਕੇ ਖੁਆਰ ਹੋ ਕੇ ਮਰ ਰਹੀ। ਮੈਨੂੰ ਮਿਲ ਜਾਏ, ਮੈਨੂੰ ਮਿਲ ਜਾਏ, ਮੈਨੂੰ ਮਿਲ ਜਾਏ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ, ਝੂਠੇ ਧੰਦਿਆਂ ਵਿੱਚ ਮੋਹ ਵਿੱਚ ਪੈ ਕੇ ਬੜੀ ਲੁਕਾਈ ਖੁਆਰ ਹੋ ਰਹੀ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤੈਨੂੰ ਸੱਚ ਦੱਸਾਂ, ਇਕਸ ਹਰ ਕੇ ਨਾਮ ਬਿਨ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਅੱਗੇ ਲਈਏ ਖੋਹੇ, ਆ ਸਾਰਾ ਕੁਝ ਤੇਰੇ ਤੋਂ ਖੋਹ ਲਿਆ ਜਾਏ। ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਸਭ ਕੁਝ ਖੋਹ ਲਿਆ ਜਾਏ। ਅੱਗੇ ਕੁਝ ਨਹੀਂ ਜਾਣਾ। ਜਿਨੇ ਮਰਜੀ ਤੂੰ ਇਕੱਠਿਆ ਕਰ ਲੈ ਮਾਲ ਸਵਾਬ। ਦੁਨੀ ਚੰਦ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹੀ ਗੱਲ ਸਮਝਾਈ, ਕੇਵਲ ਦੁਨੀ ਚੰਦ ਨੂੰ ਨਹੀਂ ਸਮਝਾਈ, ਉਹਦੇ ਰਾਹੀਂ ਸਾਨੂੰ ਸਾਰਿਆਂ ਨੂੰ ਸਮਝਾਈ ਵੀ ਜੋ ਕੁਝ ਵੀ ਹੈ, ਜੋ ਇਕੱਠਾ ਕਰਨ ਵਿੱਚ ਸਾਰੀ ਊਰਜਾ ਤੋਂ ਆਪਣੀ ਲਾ ਰਹੇ ਹਾਂ ਸੱਜਣਾ, ਇਹਨੇ ਬਹੁਤ ਆਟਾ, ਇਹਨੇ ਤੇਰੇ ਨਾਲ ਨਿਭਣਾ ਨਹੀਂ। ਇਹਨੇ ਤਾਂ ਆਖਰ ਸਾਥ ਛੱਡ ਜਾਣਾ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ, ਦਇਓ ਵਿਸਾਰ ਵਿਗੋਚਣਾ। ਕਹਿ ਲਗੇ ਕਿ ਰੱਬ ਨੂੰ ਵਿਸਾਰਿਆ, ਪਰਮੇਸ਼ਵਰ ਨੂੰ ਵਿਸਾਰਿਆ, ਦਇਓ ਵਿਸਾਰ ਵਿਗੋਚਣਾ। ਪ੍ਰਭ ਬਿਨ ਅਵਰ ਨਾ ਕੋਏ, ਪਾਤਸ਼ਾਹ ਕਹਿ ਲਗੀ ਇੱਕ ਰੱਬ ਤੋਂ ਬਿਨਾ ਹੋਰ ਕੋਈ ਨਹੀਂ। ਉਹਨੂੰ ਵਿਸਾਰ ਕੇ ਵਿਗੁੱਚਾ ਹੀ ਆਉਂਦਾ ਹੈ, ਖੁਆਰੀ ਪੱਲੇ ਪੈਂਦੀ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਖੁਆਰੀ ਪੱਲੇ ਪੈਂਦੀ ਹੈ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਦਇਓ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨਾ ਕੋਏ। ਕਹਿ ਲਗੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੋਈ ਵੀ ਸਾਥ ਦੇਣ ਵਾਲਾ ਨਹੀਂ। ਤੇ ਸਾਹਿਬ ਕਹਿੰਦੇ ਨੇ ਪ੍ਰੀਤਮ ਚਰਨੀ ਜੋ ਲਗ, ਉਸ ਮਾਲਕ ਦੇ ਚਰਨਾਂ ਨਾਲ ਜਿਹੜੇ ਜੁੜ ਗਏ, ਅਕਾਲ ਪੁਰਖ ਦੇ ਚਰਨਾਂ ਨਾਲ ਜਿਹੜੇ ਜੁੜ ਗਏ, ਤਿਨ ਕੀ ਨਿਰਮਲ ਸੋਏ। ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਨਿਰਮਲ ਹੈ। ਤੇ ਸਤਿਗੁਰੂ ਕਹਿੰਦੇ ਨੇ ਅਰਦਾਸ ਕਰ ਨਾਨਕ ਕੀ ਪ੍ਰਭ ਬੇਨਤੀ। ਐ ਪ੍ਰਭੂ ਨਾਨਕ ਦੀ ਇਹ ਤੇਰੇ ਦਰ ਤੇ ਅਰਦਾਸ ਬੇਨਤੀ ਹੈ
ਪ੍ਰਭ ਮਿਲਹੁ ਪ੍ਰਾਪਤ ਹੋਏ। ਤੁਸੀਂ ਮਿਲੋ, ਮੈਨੂੰ ਪ੍ਰਾਪਤੀ ਬਖਸ਼ਿਸ਼ ਕਰੋ, ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ। ਐਸੀ ਲਗਨ ਨਾਲ, ਐਸੀ ਜਿਗਿਆਸਾ ਨਾਲ, ਐਸੀ ਬਿਰਹ ਨਾਲ ਜਦੋਂ ਅੰਦਰੋਂ ਅਰਦਾਸ ਕਰੀਏ ਨਾ, ਜਿਹਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ, ਇਸ ਭਾਵਨਾ ਨਾਲ ਫਿਰ ਕਿਰਪਾ ਹੋ ਜਾਂਦੀ ਹੈ। ਉਹ ਕਿਹੜੀ ਭਾਵਨਾ ਹੈ? ਸਤਿਗੁਰੂ ਕਹਿੰਦੇ ਸਾਰੇ ਪੜੋ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਮੇਰਾ ਮਨ ਬਿਰਪ ਕਰੀ ਚਾਤਕ ਕੀ ਨਿਆਈ, ਬਿਰਪ ਕਰੀ ਚਾਤਕ ਕੀ ਨਿਆਈ। ਇਸ ਤਰ੍ਹਾਂ ਜਿਵੇਂ ਚਾਤਕ ਬਬੀਹਾ ਪ੍ਰਯੋਗ ਕਰੇ, ਜਿਵੇਂ ਇਸ ਤਰ੍ਹਾਂ ਲਗਨ ਨਾਲ, ਪਿਆਰ ਨਾਲ ਅੰਦਰ ਖਿੱਚ ਰੱਖ ਕੇ ਰੱਬ ਲੋੜ ਮਹਿਸੂਸ ਕਰੇ ਵੀ ਵਾਕਈ ਇਹਨੂੰ ਮੇਰੀ ਲੋੜ ਹੈ। ਇਹ ਨਹੀਂ ਵੀ ਜਾਂਦੀ ਚਲੋ ਇਧਰੋਂ ਨਿਕਲ ਲੱਗੇ ਸਦ ਮੈਂ ਕਿਹਾ ਵੀ ਰੱਬ ਦੇ ਵੀ ਦਰਸ਼ਨ ਹੋ ਹੀ ਜਾਣ, ਇੰਨੀ ਮੁਖ ਤੋਂ ਮੁਕਤੀ ਗੱਲ ਉਹ ਵੀ ਕਰਨ ਲਈ ਤਿਆਰ ਨਹੀਂ। ਅੰਦਰੋਂ ਲਗਨ ਹੋਵੇ। ਦੇਖੋ ਕੈਸੀ ਜਿਗਿਆਸਾ ਨਾਲ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕਹਿਣ ਲੱਗੇ ਚਾਰ ਪੈਰ ਚੌਂ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਪੰਚ ਦੂਤ ਮਿਲ ਪਿਰਹੁ ਵਿਛੋੜੀ, ਪ੍ਰਮ ਪ੍ਰਮ ਰੋਵੇ ਹਾਥ ਪਛੋੜੀ। ਇੱਕ ਘੜੀ ਦਿਨ ਸੋ ਮੁਕ ਬਹੁਤ ਦਿਹਾਰੇ, ਮਨ ਨਾ ਰਹਿ। ਕਹਿ ਲਗੇ ਇੱਕ ਘੜੀ ਦਿਨ ਸੋ ਬੜੇ ਲੱਗਦਾ ਹੈ ਵੀ ਬੜੇ ਵੱਡੇ ਵੱਡੇ ਦਿਨ ਨੇ ਮੇਰੇ ਵਾਸਤੇ। ਜਦੋਂ ਇਸ ਚੇਤਨਾ ਨਾਲ, ਇਸ ਪਿਆਰ ਨਾਲ ਕੋਈ ਅਰਦਾਸ ਕਰਦਾ ਹੈ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਬਚਨ ਕਰਦੇ ਨੇ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਐ ਵਾਹਿਗੁਰੂ ਜੀ ਤੁਸੀਂ ਮਿਲੋ, ਕਰੋ ਮੇਰ, ਮੇਰੇ ਤੇ ਬਖਸ਼ਿਸ਼ ਕਰੋ। ਇਹ ਅਰਦਾਸ ਕਰਨੀ ਚਾਹੀਦੀ ਹੈ। ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ। ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ। ਇਸ ਭਾਵਨਾ ਨਾਲ ਫਿਰ ਅੱਗੇ ਸਤਿਗੁਰੂ ਬਚਨ ਕਰਦੇ ਨੇ, ਵਿਸਾਖ ਸੁਹਾਵਾ ਤਾਂ ਲੱਗੇ। ਕਹਿੰਦੇ ਵਿਸਾਖ ਦਾ ਮਹੀਨਾ ਰਾਈ ਉਪਦੇਸ਼ ਦਿੱਤਾ ਵੀ ਤੈਨੂੰ ਤਾਂ ਸੁਹਾਵਣਾ ਲੱਗਣਾ। ਜਾਂ ਸੰਤ ਭੇਟੈ ਹਰ ਸੋਏ, ਜਦੋਂ ਤੂੰ ਗੁਰੂ ਚਰਨਾਂ ਵਿੱਚ ਜੁੜ ਕੇ, ਸਾਧੂ ਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਨਾਮ ਬਾਣੀ ਦਾ ਅਭਿਆਸ ਕਰੇਗਾ, ਸਿਮਰਨ ਕਰੇਗਾ, ਫਿਰ ਤੇਰੇ ਲਈ ਇਹ ਘੜੀ ਸਫਲ ਹੈ। ਫਿਰ ਤੇਰੇ ਲਈ ਇਹ ਪਲ, ਇਹ ਘੜੀ ਮੁਬਾਰਕ ਹੈ। ਤੇ ਜੇ ਤੂੰ ਇਸ ਪਾਸੇ ਨਹੀਂ ਆਇਆ ਤੇ ਫਿਰ ਚੇਤੇ ਰੱਖੀ ਜੋ ਮਰਜ਼ੀ ਤੂੰ ਕਰ ਲੈ, ਨਾ ਦਿਨ ਨਾ ਥਿਤ ਨਾ ਵਾਰ ਤੇਰੇ ਲਈ ਕੋਈ ਵੀ ਚੰਗਾ ਨਹੀਂ ਹੈ।
ਜਦੋਂ ਕਿਉਂਕਿ ਸਮਾਂ ਤਾਂ ਸਮਾਂ ਹੀ ਹੈ, ਉਹਦੇ ਵਿੱਚ ਕੀਤਾ ਕੀ ਜਾਂਦਾ। ਆ ਪਿੱਛੇ ਰੱਖ, ਉੱਥੇ ਬੈਠਣਾ, ਅੱਗੇ ਬੈਠ। ਸਾਧ ਸੰਗਤ ਜੀ, ਸਮਾਂ ਉਦੋਂ ਸਫਲਾ ਹੁੰਦਾ ਹੈ ਜਦੋਂ ਅਸੀਂ ਬੰਦਗੀ ਕਰਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਔਰ ਸਾਧ ਸੰਗਤ ਜੀ, ਅੱਜ ਖਾਲਸਾ ਸਾਜਨਾ ਦਿਵਸ ਹੈ। ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਸਾਰੀ ਸੰਗਤ ਨਾਮ ਬਾਣੀ ਨਾਲ ਜੁੜੇ, ਸੇਵਾ ਸਿਮਰਨ ਵਿੱਚ ਜੁੜੇ। ਕਲਗੀਆਂ ਵਾਲੇ ਦੀ ਸਿੱਖੀ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਨੂੰ ਅਪਣਾਈਏ, ਹੰਢਾਈਏ ਔਰ ਗੁਰੂ ਕੀਆਂ ਰਹਿਮਤਾਂ ਬਖਸ਼ਾਂ ਦੇ ਪਾਤਰ ਬਣ ਕੇ ਅਸੀਂ ਆਪਣਾ ਆਪਾ ਸਫਲਾ ਕਰੀਏ। ਇਹ ਜ਼ਰੂਰੀ ਹੈ। ਅੱਜ ਛੋਟੇ ਬੱਚਿਆਂ ਦੇ ਕੇਸ, ਕਿਉਂਕਿ ਉਹ ਮਾਵਾਂ ਦੇ ਵੱਸ ਵਿੱਚ ਹੁੰਦਾ ਹੈ ਸਿੱਖੀ ਦੀ ਪਾਲਣਾ ਕਰਨੀ। ਘਰ ਵਿੱਚ ਸੰਸਕਾਰ ਸਿੱਖੀ ਵਾਲੇ ਹੋਣ ਤੇ ਘਰ 'ਚ ਸਿੱਖੀ ਆਵੇ। ਜੇ ਚੇਤੇ ਰੱਖਿਓ, ਘਰ ਵਿੱਚ ਸੰਸਕਾਰ ਨਹੀਂ ਨੇ, ਜੇ ਕੋਈ ਬਹੁਤਾ ਟੀਵੀ ਸ਼ੀਵੀ ਦੇਖਣ ਵਾਲਾ ਹੀ ਮਾਹੌਲ ਹੈ ਤੇ ਉਹ ਕੋਈ ਅੱਗੇ ਜਾ ਕੇ ਕਹਿ ਕੇ ਬਹੁਤ ਵੱਡੇ ਵੀ ਸ਼ਾਇਦ ਬੱਚੇ ਸਾਡੇ ਬੜੇ ਚੰਗੇ ਸਿੱਖ ਬਣਨਗੇ, ਤੇ ਕੋਈ ਆਸ ਤਾਂ ਲੱਗਦੀ ਨਹੀਂ। ਸਿੱਖੀ ਘਰ ਵਿੱਚ ਤਾਂ ਰਹੇਗੀ ਜੇ ਨਾਮ ਜਪਾਂਗੇ, ਗੁਰੂ ਕੀ ਸੰਗਤ ਵਿੱਚ ਆਵਾਂਗੇ। ਗੁਰੂ ਦਾ ਦਰ ਹੈ ਜਿਹੜਾ ਸਾਡੀ ਸਿੱਖੀ ਨੂੰ ਸੰਭਾਲ ਕੇ ਰੱਖਦਾ ਹੈ। ਜਿਉਂ-ਜਿਉਂ ਆਵਾਂਗੇ ਸੰਗਤ ਵਿੱਚ, ਤਿਉਂ-ਤਿਉਂ ਨਾਮ ਬਾਣੀ ਨਾਲ ਜੁੜਨ ਦੀ ਰੋਜ਼ ਪ੍ਰੇਰਨਾ ਮਿਲੇ। ਤੇ ਜੇ ਆਏ ਨਾ, ਫਿਰ ਪਿਆਰੋ ਗੱਲ ਨਹੀਂ ਬਣੀ। ਸਿੱਖੀ ਪਿਆਰੀ, ਜੀਵਨ ਵਿੱਚ ਇੱਕੋ ਹੀ ਗੱਲ। ਮਹਾਂਪੁਰਖ ਕਿਆ ਕਰਦੇ ਸਨ, ਵੱਡੇ ਭਾਗ ਉਦੋਂ ਸਮਝੋ ਜਦੋਂ ਕਿਸੇ ਦੇ ਸਿੱਖ ਦੇ ਘਰ ਜਨਮ ਹੋ ਜਾਏ। ਉਦੋਂ ਵੱਡੇ ਭਾਗ ਸਮਝ ਲਓ ਜੇ ਕਿਤੇ ਸਾਡੇ ਘਰ ਪੈਦਾ ਹੋਣ ਵਾਲਾ ਕੋਈ ਸਿੱਖ ਅੱਗੇ ਹੋ ਜਾਏ। ਇਸ ਕਰਕੇ ਇਹ ਜ਼ਰੂਰੀ ਹੈ। ਪੁਰਾਣੇ ਸਿੱਖ, ਹੁਣ ਤਾਂ ਕੋਈ ਉਹੀ ਗੱਲ ਨਹੀਂ, ਪੁਰਾਣੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਪਰ ਉਹ ਫਿਰ ਵੀ ਕਹਿੰਦੇ ਨਹੀਂ। ਉਹ ਪੜ੍ਹਦੇ ਸਨ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾ ਕਿੱਡੇ ਵੱਡੇ ਸਿੱਖ, ਤਾਰੂ ਸਿੰਘ ਵਰਗੇ, ਇਹ ਸਾਨੂੰ ਪ੍ਰੇਰਨਾ ਦਿੰਦੇ ਨੇ। ਉਹਨਾਂ ਸਿੱਖਾਂ ਦੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਵਾਹ, ਸਾਡੇ ਗੁਰੂ ਨੇ ਕੈਸੀ ਕੌਮ ਪੈਦਾ ਕੀਤੀ, ਜਿਹਦੇ ਚਿਹਰੇ ਤੇ ਮਾਯੂਸੀ ਨਹੀਂ, ਜਿਹਦੇ ਚਿਹਰੇ ਤੇ ਮਾਯੂਸੀ ਨਹੀਂ, ਜਿਹਦੇ ਦਿਲ ਵਿੱਚ ਢਹਿੰਦੀ ਕਲਾ ਨਹੀਂ, ਜਿਹਦੇ ਨੈਣਾਂ ਵਿੱਚ ਖੁਮਾਰੀ ਹੈ, ਜਿਹਦੇ ਚਿਹਰੇ ਤੇ ਨੂਰ ਹੈ, ਜਿਹਦੇ ਸੀਸ ਤੇ ਸੁੰਦਰ ਦਸਤਾਰ ਹੈ, ਉਸ ਖਾਲਸਾ ਉਹ ਤਾਂ ਜਿੱਥੋਂ ਲੰਘ ਜਾਂਦਾ ਸੀ, ਗੁਰੂ ਕੇ ਸਾਰੇ ਲੋਕ ਕਹਿੰਦੇ ਹੁਣ ਡਰ ਨਹੀਂ ਹੈ। ਸਾਡੀ ਪੁਰਾਣੀ ਇਹ ਚੱਲਦੀ ਸੀ ਗੱਲ ਵੀ ਆ ਗਏ ਨੀ ਨਿਹੰਗ, ਬੂਆ ਖੋਲ ਦੇ ਨਿਸ਼ੰਗ, ਮਤਲਬ ਵੀ ਹੁਣ ਇੱਜ਼ਤ ਪੱਤ ਦੇ ਰਾਖੇ ਆ ਗਏ ਨੇ। ਐਡਾ ਗੁਰੂ ਨੇ ਸਾਡੇ ਤੇ ਪਰਉਪਕਾਰ ਕੀਤਾ, ਬਖਸ਼ਿਸ਼ ਕੀਤੀ ਉਹਨਾਂ ਨੇ।
इस करके गुरु के सवारो जिन्होंने अमृत नहीं छकिया, अज 1 बजे अमृत का बाटा तैयार होना है, तो वो अमृतधारी होण, पानी का अभ्यास करिए। जिहड़ा बंदा कह के नहीं मैं अमृत नहीं छकना, उस तो बिना ही शायद मेरी गल बन जाए। नहीं प्यारिओ, जे गुरु नानक दे होना है तो फिर अमृत की दात प्राप्त करनी ही पवेगी। उस तो बिना रियायत नहीं मिलनी, रहत रखनी पवेगी। तो पातशाह मेहर करन, आप जी सारे आए, सब का धन्यवाद। गलतियां भुला दी खिमा, सारे प्यार से जुड़ो। वाहिगुरु जी का खालसा, वाहिगुरु जी की फतेह।